ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਫਿਰਦੌਸ ਪੰਜਾਬੀ। ਮੈਂ ਹਾਂ ਪ੍ਰਭ ਸਿੱਧੂ। ਮੇਰੇ ਨਾਲ ਨੇ ਅੱਜ ਡਾਕਟਰ ਭੀਮਿੰਦਰ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਸੋ ਗੱਲਬਾਤ ਡਾਕਟਰ ਸਾਹਿਬ ਅੱਜ ਆਜ਼ਾਦੀ ਦੀ ਕਰਾਂਗੇ। ਆਜ਼ਾਦੀ ਦਿਹਾੜਾ ਬੇਸ਼ੱਕ 15 ਅਗਸਤ ਹੈ ਜਿਹੜਾ ਉਹ ਲੰਘ ਚੁੱਕਿਆ, ਪਰ ਜੇ ਆਜ਼ਾਦੀ ਦੀ ਗੱਲ ਕਰੀਏ ਤਾਂ ਕਿਹੋ ਜਿਹੀ ਆਜ਼ਾਦੀ ਹੈ ਜਿਹੜੀ ਸਾਨੂੰ ਮਿਲੀ ਹੈ? ਕਿਉਂਕਿ ਆਜ਼ਾਦੀ ਤੇ ਸਵਾਲ ਨਹੀਂ ਖੜੇ ਕਰ ਰਹੇ, ਅਸੀਂ ਸਵਾਲ ਖੜੇ ਕਰ ਰਹੇ ਹਾਂ ਕਿ ਅਸੀਂ ਉਸ ਆਜ਼ਾਦੀ ਤੋਂ ਬਾਅਦ ਕਿਹੋ ਜਿਹੀ ਸੁਸਾਇਟੀ ਬਣਾਈ ਹੈ, ਕਿੱਥੇ ਅਸੀਂ ਰਹਿ ਰਹੇ ਹਾਂ। ਤਰਨਤਾਰਨ ਦੇ ਵਿੱਚ ਡਾਕਟਰ ਸਾਹਿਬ 3 ਸਾਲ ਬੱਚੇ ਦਾ ਕਤਲ ਉਹਦੇ ਆਪਣੇ ਹੀ ਫਾਦਰ ਵੱਲੋਂ ਗਲਾ ਘੋਟ ਕੇ ਕਰ ਦਿੱਤਾ ਗਿਆ। ਇੰਨੀ ਮੰਦਭਾਗੀ ਘਟਨਾ ਹੈ ਕਿ ਜਿਸ ਤੋਂ ਬਾਅਦ ਤੁਹਾਡੇ ਖੁਦ ਦੇ ਹੀ ਤੁਸੀਂ ਕਹਿ ਲਓ ਕਿ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕੰਡੇ ਲੂਈ ਜਾਂ ਗੂਜ਼ਬੰਪਸ ਖੜੇ ਹੋ ਜਾਂਦੇ ਆ। 13 ਸਾਲ ਬਾਅਦ ਇੱਕ ਮਾਂ ਨੂੰ ਪੁੱਤ ਮਿਲਿਆ ਸੀ, ਪਰ ਘਟਨਾ ਅਜਿਹੀ ਕਿ ਜਿਸ ਨੂੰ ਆਪਾਂ ਸਮਟਾਈਮ ਇਹ ਹੁੰਦਾ ਵੀ ਕੰਨ ਵੀ ਸੁਣ ਕੇ ਬਰਦਾਸ਼ਤ ਨਹੀਂ ਕਰ ਪਾਉਂਦੇ। ਕੀ ਕਹਿਣਾ ਚਾਹੋਗੇ? ਬਿਲਕੁਲ, ਦੇਖੋ, ਬੇਸ਼ੱਕ ਕਹਿਣ ਨੂੰ ਅਸੀਂ ਆਜ਼ਾਦ ਹੋਏ 15 ਅਗਸਤ 1947 ਨੂੰ, ਪਰ ਪੰਜਾਬੀਆਂ ਨੂੰ ਇਹਦੀ ਬਹੁਤ ਵੱਡੀ ਕੀਮਤ ਉਸ ਵੇਲੇ ਵੀ ਅਦਾ ਕਰਨੀ ਪਈ ਸੀਗੀ। ਮੇਰਾ ਇਸ਼ਾਰਾ ਹੈ ਕਿ ਲਗਭਗ 10 ਲੱਖ ਪੰਜਾਬੀ, ਜਿਹਦੇ ਵਿੱਚ ਹਿੰਦੂ ਪੰਜਾਬੀ ਸੀ, ਸਿੱਖ ਪੰਜਾਬੀ ਸੀ ਔਰ ਮੁਸਲਿਮ ਪੰਜਾਬੀ ਸੀ, ਉਹਦੇ ਵਿੱਚ ਮਾਰੇ ਗਏ ਸੀਗੇ। ਔਰ ਉਹ ਆਪਾਂ ਕਹਿੰਦੇ ਆ ਕਿ ਹੱਲੇ, ਜਿਹਨੂੰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਔਰ ਬਹੁਤ ਘੱਟ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਔਰ ਬਜ਼ੁਰਗਾਂ ਤੱਕ ਜਿਹੜੇ ਸੀਗੇ ਮਾਰੇ ਗਏ ਸੀ, ਨੌਜਵਾਨ ਮਾਰੇ ਗਏ ਸੀਗੇ। ਔਰ ਇਕੱਲੇ ਇਹ ਨਹੀਂ ਹੋਇਆ ਕਿ ਪੰਜਾਬ ਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਔਰ ਇੱਕ ਵੱਡਾ ਜਿਹੜਾ ਇਲਾਕਾ ਹੈ ਪੰਜਾਬ ਦਾ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਇੱਕ ਇਲਾਕਾ ਜਿਹੜਾ ਹੈਗਾ ਭਾਰਤੀ ਪੰਜਾਬ ਦੇ ਵਿੱਚ ਸ਼ਾਮਲ ਹੋ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਉਹ ਬੰਗਾਲ ਹੋਵੇ ਚਾਹੇ ਪੰਜਾਬ ਹੋਵੇ, ਇਹਨਾਂ 2 ਸੂਬਿਆਂ ਨੂੰ ਬਹੁਤ ਵੱਡੀਆਂ ਕੀਮਤਾਂ ਜਿਹੜੀਆਂ ਨੇ ਆਜ਼ਾਦੀ ਲਈ ਅਦਾ ਕਰਨੀਆਂ ਪਈਆਂ ਨੇ। ਸੋ ਇੱਕ ਤਾਂ ਉਹ ਸਾਡੀ ਵੱਡੀ ਟ੍ਰੈਜਡੀ ਅੱਜ ਦੇ ਦਿਨ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਯਾਦ ਕਰਨ ਦੀ ਲੋੜ ਹੈ ਕਿ ਕਿਉਂ ਵਾਪਰਿਆ ਸੀਗਾ। ਉਹਦੇ ਪਿੱਛੇ ਵੀ ਸਿਆਸਤ ਸੀਗੀ, ਉਹਦੇ ਪਿੱਛੇ ਵੀ ਜਿਹੜੀਆਂ ਵੱਖ-ਵੱਖ ਧਿਰਾਂ ਸੀ ਉਸ ਵੇਲੇ, ਚਾਹੇ ਉਸ ਵੇਲੇ ਦੀ ਜਿਹੜੀ ਅੰਗਰੇਜ਼ ਸਾਮਰਾਜ ਦੀ ਜਿਹੜੀ ਸਰਕਾਰ ਸੀਗੀ ਉਹਦੀਆਂ ਕੂਟਨੀਤੀਆਂ ਸੀਗੀ, ਪਾੜੋ ਤੇ ਰਾਜ ਕਰੋ ਨੀਤੀਆਂ ਸੀਗੀਆਂ। ਇਸੇ ਤਰ੍ਹਾਂ ਕਾਂਗਰਸ ਦੀਆਂ ਆਪਣੀਆਂ ਇੱਛਾਵਾਂ ਸੀਗੀਆਂ ਆਜ਼ਾਦੀ ਤੋਂ ਬਾਅਦ ਔਰ ਮੁਸਲਿਮ ਲੀਗ ਦੀਆਂ ਆਪਣੀਆਂ ਸੀਗੀਆਂ। ਬਾਕੀ ਜਿਹੜੀਆਂ ਧਿਰਾਂ ਸੀਗੀਆਂ, ਪਾਰਟੀਆਂ ਪੋਲੀਟੀਕਲ ਉਸ ਵੇਲੇ ਸੀਗੀਆਂ, ਉਹਨਾਂ ਦੀਆਂ ਆਪਣੀਆਂ ਇੱਛਾਵਾਂ ਸੀਗੀਆਂ, ਜਿਹਦੇ ਵਿੱਚੋਂ ਉਹ ਜਿਹੜੀ ਵੰਡ ਹੈ, ਉਹ ਜਿਹੜਾ ਦਰਦ ਹੈ, ਉਹ ਜਿਹੜਾ ਉਸ ਵੇਲੇ ਕਤਲੇਆਮ ਹੋਇਆ ਹੈ, ਉਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਇਆ। ਸੋ ਇੱਕ ਤਾਂ ਉਸ ਵੇਲੇ ਸਾਨੂੰ ਜਿਹੜਾ ਹੈਗਾ ਇਸ ਚੀਜ਼ ਨੂੰ ਪੰਜਾਬੀਆਂ ਨੂੰ ਖਾਸ ਤੌਰ ਤੇ ਨਹੀਂ ਭੁੱਲਣਾ ਚਾਹੀਦਾ। ਹੁਣ ਜਿਹੜਾ ਸਵਾਲ ਤੁਸੀਂ ਪੁੱਛਿਆ ਕਿ ਕੀ ਅਸੀਂ ਸੱਚੀ ਮੁੱਚੀ ਜਿਹੜੇ ਸੁਪਨੇ ਸਾਡੇ ਦੇਸ਼ ਭਗਤਾਂ ਨੇ ਲਏ ਸੀ, ਸ਼ਹੀਦ ਆਜ਼ਮ ਭਗਤ ਸਿੰਘ ਨੇ, ਗਦਰੀ ਬਾਬਿਆਂ ਨੇ, ਸ਼ਹੀਦ ਕਰਤਾਰ ਸਿੰਘ ਸਰਾਭਾ ਨੇ, ਸ਼ਹੀਦ ਊਧਮ ਸਿੰਘ ਜੀ ਨੇ, ਕੀ ਉਹਨਾਂ ਦੇ ਸੁਪਨਿਆਂ ਦਾ ਪੰਜਾਬ, ਉਹਨਾਂ ਦੇ ਸੁਪਨਿਆਂ ਦਾ ਭਾਰਤ ਅਸੀਂ ਬਣਾ ਸਕੇ ਹਾਂ? ਮੈਨੂੰ ਲੱਗਦਾ ਹੈ ਕਿ ਇਹਦਾ ਜਵਾਬ ਨਹੀਂ ਹੈ। ਔਰ ਇਹਦਾ ਜਵਾਬ ਤੁਸੀਂ ਆਪਣੀ ਜਿਹੜੀ ਘਟਨਾ ਬਿਆਨ ਕੀਤੀ ਹੈ, ਇਹ ਛੋਟੀਆਂ ਘਟਨਾਵਾਂ, ਇਹ ਨਹੀਂ ਕਿ ਪਹਿਲੀ ਵਾਰੀ ਏਦਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ। ਇਸ ਤੋਂ ਬਹੁਤ ਜ਼ਿਆਦਾ ਘਿਨੌਣੀਆਂ ਜਿਹੜੀਆਂ ਨੇ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਵਾਲੀ ਘਟਨਾ, ਇੱਕ ਨਿਹੰਗ ਸਿੰਘ ਜੀ ਦੁਆਰਾ ਜਿਹੜਾ ਆਪਣੇ ਬੇਟੀ ਨੂੰ ਕਿਸ ਤਰ੍ਹਾਂ ਉਹਦਾ ਕਤਲ ਕੀਤਾ ਗਿਆ ਬੇਰਹਿਮੀ ਦੇ ਨਾਲ, ਉਦਾਂ ਦੀਆਂ ਘਟਨਾਵਾਂ ਤੋਂ ਮਤਲਬ ਆਪਾਂ ਸਾਰੇ ਚਿੰਤਤ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਤਾਂ ਹੀ ਵਾਪਰੀਆਂ ਨੇ ਕਿ ਸਾਨੂੰ ਉਸ ਕਿਸਮ ਦੀ ਆਜ਼ਾਦੀ ਨਹੀਂ ਮਿਲੀ ਜਿਸ ਕਿਸਮ ਦੀ ਆਜ਼ਾਦੀ ਦੀ ਤਵੱਕੋ ਸਾਡੇ ਗਦਰੀ ਬਾਬਿਆਂ ਨੇ, ਦੇਸ਼ ਭਗਤਾਂ ਨੇ ਕੀਤੀ ਸੀ, ਜਿਨ੍ਹਾਂ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਫਾਂਸੀਆਂ ਦੇ ਚੜੇ, ਜੇਲਾਂ ਕੱਟੀਆਂ, ਕਾਲੇ ਪਾਣੀਆਂ ਚ ਗਏ ਸੀਗੇ। ਉਹ ਆਜ਼ਾਦੀ ਸਾਨੂੰ ਹਜੇ ਤੱਕ ਨਹੀਂ ਮਿਲੀ। ਔਰ ਨਤੀਜਾ ਕੀ ਨਿਕਲ ਰਿਹਾ ਹੈ? ਨਤੀਜਾ ਇਹੀ ਹੈ ਕਿ ਇੱਥੇ ਮਾਰਕੁੱਟ ਹੋ ਜਾਂਦੀ ਹੈ, ਛੋਟੀ ਗੱਲ ਪਿੱਛੇ ਦੰਗੇ ਹੁੰਦੇ ਆ, ਛੋਟੀਆਂ ਗੱਲਾਂ ਪਿੱਛੇ ਲੜਾਈਆਂ, ਕਤਲੇਆਮ ਹੋ ਜਾਂਦੇ ਨੇ। ਔਰ ਹੋਰ ਬਹੁਤ ਸਾਰੀਆਂ ਘਟਨਾਵਾਂ, ਜੇ ਆਪਾਂ 76 ਸਾਲਾਂ ਦਾ ਇਤਿਹਾਸ ਦੇਖੀਏ ਤਾਂ ਬਹੁਤ ਹੀ ਭਿਆਨਕ ਇਤਿਹਾਸ ਜਿਹੜਾ ਹੈਗਾ ਸਾਨੂੰ ਦਿਖਾਈ ਦੇਵੇਗਾ। ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਔਰ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇ ਅਸੀਂ ਸੁਚੇਤ ਹੋਵਾਂਗੇ, ਜੇ ਅਸੀਂ ਚੰਗੇ ਨਾਗਰਿਕ ਬਣਾਂਗੇ। ਉਹ ਤਾਂ ਹੀ ਜਿਹੜੀਆਂ ਨੇ ਇਹਨਾਂ ਚੀਜ਼ਾਂ ਤੋਂ, ਇਹਨਾਂ ਦੁਸ਼ਵਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਅੱਜ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਜਿੱਥੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਔਰ ਇਸ ਮੋੜ ਦੇ ਉੱਤੇ ਮੈਨੂੰ ਲੱਗਦਾ ਹੈ ਕਿ
ਇੱਕ ਮੈਨੂੰ ਡਾਕਟਰ ਜਗਤਾਰ ਜੀ ਦਾ ਬਹੁਤ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ, ਉਹਨਾਂ ਦਾ ਜੀ ਸ਼ੇਰ ਹੈ ਕਿ ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ। ਸੋ ਸਾਨੂੰ ਜਿਹੜਾ ਹੈਗਾ ਉਹ ਇੱਕ ਨਵੇਂ ਸਮਾਜ ਵੱਲ ਵਧਣ ਦੀ ਲੋੜ ਹੈ। ਜਿੱਦਾਂ ਦੀਆਂ ਇਦਾਂ ਦੀਆਂ ਘਟਨਾਵਾਂ ਨੇ, ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ, ਇਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ। ਇਹੀ ਨਹੀਂ, ਜੀ ਹੋਰ ਵੀ ਬਹੁਤ ਸਾਰੇ ਨਸ਼ਿਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚ, ਪ੍ਰਵਾਸ ਦਾ ਮੁੱਦਾ ਹੈ, ਪੰਜਾਬ ਦੀ ਖੇਤੀਬਾੜੀ ਨੂੰ ਕਿਵੇਂ ਬਚਾਇਆ ਜਾਵੇ, ਨੌਜਵਾਨੀ ਨੂੰ ਰੁਜ਼ਗਾਰ ਕਿਵੇਂ ਦਿੱਤਾ ਜਾਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹਦੇ ਵਿੱਚ ਔਰਤ ਦੀ ਜਿਹੜੀ ਇੱਜ਼ਤ ਹੈ ਉਹ ਕਿਵੇਂ ਜਿਹੜੀ ਹੈਗੀ ਹੈ ਇੱਥੇ ਲਿਆਂਦੀ ਜਾਵੇ, ਬਰਕਰਾਰ ਰੱਖੀ ਜੀ ਜਾਵੇ। ਇਸ ਤਰ੍ਹਾਂ ਦੇ ਜੀ ਬਹੁਤ ਜ਼ਿਆਦਾ ਸਵਾਲ, ਬੱਚਿਆਂ ਨੂੰ ਕਿਵੇਂ ਸੁਰੱਖਿਅਤ ਇੱਥੇ ਕੀਤਾ ਜਾਵੇ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਹਰ ਕਦਮ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਉਹ ਤਾਂ ਹੀ ਹੋਏਗਾ ਜੇਕਰ ਪੰਜਾਬ ਜਿਹੜਾ ਹੈਗਾ ਸੁਚੇਤ ਹੋਏਗਾ, ਪੰਜਾਬੀ ਸੁਚੇਤ ਹੋਣਗੇ, ਚੇਤਨ ਹੋਣਗੇ ਔਰ ਇਹਨਾਂ ਬੁਰਾਈਆਂ ਦੇ ਖਿਲਾਫ ਖੁਦ ਉਹ ਅੱਗੇ ਆ ਕੇ ਜਿਹੜੀਆਂ ਨੇ ਉਹ ਇਹਨਾਂ ਦਾ ਸਾਹਮਣਾ ਕਰਨਗੇ। ਤਾਂ ਹੀ ਜਿਹੜਾ ਹੈਗਾ ਇਹਨਾਂ ਦਾ ਰੋਗਾਂ ਦਾ ਇਲਾਜ ਜਿਹੜਾ ਹੈਗਾ ਸੰਭਵ ਹੈ। ਜੀ ਪਰਮ। ਜੀ 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 ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਆਪਣੀ ਬੇਟੀ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਪਿਤਾ ਵੱਲੋਂ ਜਿਸ ਤਰ੍ਹਾਂ ਦੀ ਹਾਲਤ ਕੀਤੀ ਗਈ, ਮਾਰਿਆ ਗਿਆ, ਉਸ ਤੋਂ ਬਾਅਦ ਲਾਸ਼ ਘੜੀ ਸੀ ਗਈ, ਬਹੁਤ ਸਾਰੇ ਲੋਕਾਂ ਦੇ, ਮੈਂ ਖੁਦ ਪਰਸਨਲੀ ਸੋਸ਼ਲ ਮੀਡੀਆ ਤੇ ਦੇਖਿਆ, ਬੜੇ ਲੋਕਾਂ ਨੇ ਤਾਰੀਫ ਕੀਤੀ, ਕਹਿੰਦੇ ਏਦਾਂ ਹੀ ਹੋਣਾ ਚਾਹੀਦਾ ਜੀ, ਇੱਜ਼ਤ ਰੋਲ ਰਹੀ ਸੀ, ਜੋ ਵੀ ਥਾਟ ਪ੍ਰੋਸੈਸ ਹੈਗਾ, ਚਲੋ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ, ਪਰ ਕੁਝ ਬੁੱਧੀਜੀਵੀ ਕਹਿ ਰਹੇ ਨੇ ਵੀ ਇਹ ਗਲਤ ਹੈ, ਇਨਸਾਨੀਅਤ ਦੇ ਹੱਕ ਵਾਲੀ ਗੱਲ ਨਹੀਂ ਹੈ। ਪਰ ਜਿਹੜੇ ਲੋਕ ਇਹਨੂੰ ਸਹੀ ਕਹਿ ਰਹੇ ਨੇ, ਕਿਸ ਹਿਸਾਬ ਨਾਲ ਇਹ ਸਹੀ ਹੋ ਸਕਦਾ ਹੈ? ਚਲੋ ਤੁਹਾਡੀ ਇੱਜ਼ਤ ਹੋ ਸਕਦੀ ਹੈ, ਅਣਖ ਹੋ ਸਕਦੀ ਹੈ, ਪੰਜਾਬੀਆਂ ਦੀ ਹੈ ਵੀ, ਸਭ ਤੋਂ ਜ਼ਿਆਦਾ ਅਸੀਂ ਮੰਨਦੇ ਹਾਂ ਇਸ ਚੀਜ਼ ਨੂੰ, ਡਿਨਾਈ ਨਹੀਂ ਹੈ, ਪਰ ਕੀ ਕਿਸੇ ਦਾ ਕਤਲ ਕਰ ਦੇਣਾ ਵਾਜਿਬ ਹੈ? ਬਿਲਕੁਲ। ਦੇਖੋ, ਮੈਂ ਇਹੀ ਕਹਿ ਰਿਹਾ ਕਿ ਜਦੋਂ ਦੰਗੇ ਹੋ ਰਹੇ ਸੀਗੇ 47 ਦੇ ਵਿੱਚ, ਉਦੋਂ ਵੀ ਬੜੇ ਲੋਕ ਉਹਨਾਂ ਨੂੰ ਜਾਇਜ਼ ਠਹਿਰਾ ਰਹੇ ਸੀਗੇ ਕਿ ਦੇਖੋ ਜੀ, ਹਿੰਦੂਆਂ ਨੂੰ, ਸਿੱਖਾਂ ਨੂੰ, ਮੁਸਲਮਾਨਾਂ ਨੂੰ ਮਾਰਨਾ ਤਾਂ ਜਾਇਜ਼ ਹੈ। ਔਰ ਉਹਨਾਂ ਦੀ ਅਣਖ ਦਾ ਸਵਾਲ ਬਣਿਆ ਹੋਇਆ ਸੀ ਉਸ ਵੇਲੇ ਵੀ। ਅੱਜ ਤੋਂ 76-75 ਸਾਲ ਪਹਿਲਾਂ ਇਹੀ ਚੀਜ਼ ਜਦੋਂ ਕੱਟਵੱਡ ਹੋਈ ਸੀ, ਔਰਤਾਂ ਮਾਰੀਆਂ ਜਾ ਰਹੀਆਂ ਸੀਗੀਆਂ, ਬੱਚਿਆਂ ਦਾ ਕਤਲੇਆਮ ਕੀਤਾ ਜਾ ਰਿਹਾ ਸੀਗਾ। ਇਹੀ ਜਿਹੜੀ ਬਿਮਾਰ ਸਾਈਕੀ ਵਾਲੇ ਲੋਕ, ਜਿਹੜੀ ਬਿਮਾਰ ਮਾਨਸਿਕਤਾ ਵਾਲੇ ਲੋਕ ਉਦੋਂ ਵੀ ਸੀਗੇ, ਅੱਜ ਵੀ ਬਿਮਾਰ ਮਾਨਸਿਕਤਾ ਵਾਲੇ ਲੋਕ ਸਾਡੇ ਸਮਾਜ ਦੇ ਵਿੱਚ ਰਹਿ ਰਹੇ ਨੇ ਔਰ ਜਿਹੜੇ ਕਹਿ ਰਹੇ ਨੇ ਕਿ ਬਿਲਕੁਲ ਜਾਇਜ਼ ਹੈ। ਮੈਨੂੰ ਲੱਗਦਾ ਹੈ ਕਿ ਇਦਾਂ ਦਾ ਜਿਹੜਾ ਘਿਨਾਉਣਾ ਕੰਮ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਚੀਜ਼ ਮੰਨ ਲਓ ਜਾਇਜ਼ ਹੈ, ਨਜਾਇਜ਼ ਹੈ, ਉਹ ਕੌਣ ਫੈਸਲਾ ਕਰੇਗਾ? ਉਹਦੇ ਲਈ ਸਾਡਾ ਕਾਨੂੰਨ ਹੈ, ਉਹਦੇ ਲਈ ਸਾਡੀਆਂ ਅਦਾਲਤਾਂ ਨੇ, ਉਹਦੇ ਲਈ ਸਾਡੀਆਂ ਪੰਚਾਇਤਾਂ ਨੇ, ਉਹਦੇ ਲਈ ਸਾਡਾ ਸਮਾਜ ਹੈ। ਸਮਾਜ ਨੂੰ ਜਿਹੜਾ ਹੈਗਾ ਇਕੱਠੇ ਹੋ ਕੇ ਫੈਸਲਾ ਕਰਨਾ ਚਾਹੀਦਾ ਹੈ, ਨਾ ਕਿ ਇਕੱਲਾ ਬੰਦਾ ਜਿਹੜਾ ਹੈਗਾ ਕਿ ਇਕੱਲਾ ਬੰਦਾ ਉਹਦਾ ਫੈਸਲਾ ਕਰੇ ਔਰ ਇਹ ਕਹੇ ਕਿ ਮੈਂ ਹੁਣ ਇਹਨੂੰ ਸਜ਼ਾ ਵੀ ਆਪ ਹੀ ਦੇਵਾਂਗਾ ਔਰ ਚਾਹੇ ਮੇਰੀ ਬੇਟੀ। ਔਰ ਕੱਲੀ ਸਜ਼ਾ ਨਹੀਂ ਹੈ ਜਿਸ ਕਿਸਮ ਦੇ ਨਾਲ ਉਹਨੂੰ ਘੁਮਾਇਆ ਗਿਆ ਮੋਟਰਸਾਈਕਲ ਦੇ ਪਿੱਛੇ ਬੰਨ ਕੇ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਕਾਨੂੰਨੀ ਜਿਹੜੀ ਘਟਨਾ ਹੈ ਉਹ ਹੋਰ ਹੋ ਨਹੀਂ ਸਕਦੀ। ਸੋ ਇਹ ਸਿਰਫ ਬਿਮਾਰ ਮਾਨਸਿਕਤਾ ਸਾਡੀ ਦਰਸਾਉਂਦੀ ਹੈ ਕਿ ਅਸੀਂ ਕਿੰਨੇ ਲੋਕ ਬਿਮਾਰ ਹਾਂ ਅੱਜ ਮਾਨਸਿਕ ਤੌਰ ਤੇ, ਜਿਹੜੇ ਆਪਣੀਆਂ ਧੀਆਂ ਦਾ, ਆਪਣੀਆਂ ਬੱਚੀਆਂ ਦਾ, ਆਪਣੀਆਂ ਭੈਣਾਂ ਦਾ, ਆਪਣੀਆਂ ਮਾਵਾਂ ਦਾ ਅਸੀਂ ਖਿਆਲ ਨਹੀਂ ਰੱਖ ਸਕਦੇ ਔਰ ਉਹਨਾਂ ਦੀ ਇੱਜ਼ਤ ਮਿੱਟੀ ਦੇ ਵਿੱਚ ਰੋਲ ਰਹੇ ਹਾਂ। ਔਰ ਇਸੇ ਤੋਂ ਬਚਣ ਦੀ ਲੋੜ ਹੈ। ਮੈਂ ਜਿਹੜਾ ਇਸ਼ਾਰਾ ਪਹਿਲਾਂ ਲਗਭਗ 76 ਸਾਲ ਪਹਿਲਾਂ ਕੀਤਾ ਸੀਗਾ, 47 ਵੇਲੇ ਦਾ, ਉਸ ਵੇਲੇ ਵੀ ਇਦਾਂ ਦੀ ਜਿਹੜੀ ਰੋਗੀ ਮਾਨਸਿਕਤਾ, ਸਿੱਖ ਮਾਨਸਿਕਤਾ ਦੇ ਲੋਕ ਸਾਡੇ ਸ਼ਾਮਲ ਹੋ ਗਏ ਸੀਗੇ, ਚਾਹੇ ਉਹ ਪਾਕਿਸਤਾਨ ਦਾ ਪੰਜਾਬ ਸੀਗਾ, ਚਾਹੇ ਭਾਰਤੀ ਪੰਜਾਬ ਸੀਗਾ। ਦੋਨਾਂ ਪੰਜਾਬਾਂ ਦੇ ਵਿੱਚ ਲੋਕ ਜਿਹੜੇ ਸੀਗੇ ਉਹਨਾਂ ਦੀਆਂ ਅਕਲਾਂ ਦੇ ਉੱਤੇ ਪਰਦੇ ਪਏ ਹੋਏ ਸੀਗੇ ਔਰ ਅਣਖ ਦੇ ਵਿੱਚ ਅੰਨੇ ਹੋਏ ਸੀਗੇ ਕਿ ਅਸੀਂ ਫਲਾਣੇ ਨੂੰ ਮਾਰਨਾ ਤਾਂ, ਕੱਢਣਾ ਤਾਂ ਉਹਨਾਂ ਨੇ ਬਾਹਰ ਅੰਗਰੇਜ਼ਾਂ ਨੂੰ ਸੀਗਾ, ਜਿਨ੍ਹਾਂ ਨੇ 200 ਸਾਲ ਪੰਜਾਬ ਨੂੰ, ਹਿੰਦੁਸਤਾਨ ਨੂੰ ਲੁੱਟਿਆ, ਮਾਰਿਆ ਸੀਗਾ। ਸਗੋਂ ਕੀ ਹੋ ਰਿਹਾ ਸੀਗਾ, ਉਹਦੀ ਬਜਾਏ ਉਹ ਆਪਸ ਦੇ ਵਿੱਚ ਭੈਣ ਭਰਾ ਜਿਹੜੇ ਨੇ ਸਦੀਆਂ ਤੋਂ ਇਕੱਠੇ ਰਹਿ ਰਹੇ ਸੀਗੇ, ਉਹ ਲੜਾ ਦਿੱਤੇ ਗਏ ਸੀਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਬਿਲਕੁਲ ਬਿਮਾਰ ਮਾਨਸਿਕਤਾ ਹੈ ਔਰ ਜਿਹੜਾ ਵੀ ਉਹ ਇਸ ਮਾਨਸਿਕਤਾ ਨੂੰ ਸਹੀ ਠਹਿਰਾ ਰਿਹਾ ਉਹ ਖੁਦ ਬਿਮਾਰ ਨੇ। ਇਹੀ ਲੋਕ ਖੁਦ ਬਿਮਾਰ ਔਰ ਇਹੀ ਲੋਕ ਤੁਸੀਂ ਦੇਖੋਗੇ ਕਿ ਜਦੋਂ ਵੀ ਦੰਗੇ ਹੁੰਦੇ ਆ ਇਹੀ ਲੋਕ ਅੱਗੇ ਆਉਂਦੇ ਆ, ਇਹੀ ਲੋਕ ਕੱਟਦੇ ਵੱਢਦੇ ਆ ਲੋਕਾਂ ਨੂੰ ਔਰ ਇਹੀ ਲੋਕ ਸਮਾਜ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ 76 ਸਾਲ 77 ਸਾਲ ਪਹਿਲਾਂ ਵੀ ਉਹੀ ਕੁਝ ਵਾਪਰਿਆ, ਅੱਜ ਵੀ ਉਹੀ ਵਾਪਰ ਰਿਹਾ ਹੈ,
ਇਹਨਾਂ 76-77 ਸਾਲਾਂ ਦੇ ਵਿੱਚ ਅਸੀਂ ਮਾਨਸਿਕ ਤੌਰ ਤੇ ਫਿਰ ਡਿਵੈਲਪ ਕਿਵੇਂ ਹੋਏ? ਹੁਣ ਤਾਂ ਅਸੀਂ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਅੱਗੇ ਵੱਧ ਗਏ ਆ, ਸਾਇੰਸ ਬੜੀ ਅੱਗੇ ਵੱਧ ਗਈ ਹੈ, ਅਸੀਂ ਬੜੇ ਡਿਵੈਲਪ ਹੋ ਗਏ ਆ, ਮਾਡਰਨ ਹੋ ਗਏ ਆ, ਵਿਦੇਸ਼ਾਂ ਤੱਕ ਵੀ ਪਹੁੰਚ ਚੁੱਕੇ ਆ, ਹਰ ਇੱਕ ਚੀਜ਼ 'ਚ ਅਸੀਂ ਆਪਦੇ ਆਪ ਨੂੰ ਡਿਵੈਲਪ ਮੰਨਦੇ ਆ, ਪਰ ਸਾਡੀ ਮਾਨਸਿਕਤਾ ਡਿਵੈਲਪ ਕਿਉਂ ਨਹੀਂ ਹੋਈ? ਅਸੀਂ ਅੱਜ ਵੀ ਸੇਮ ਹਾਲਾਤ ਦੇ ਵਿੱਚ ਹੀ ਆ, ਕੋਈ ਬਹੁਤਾ ਫਰਕ ਨਹੀਂ ਹੈ। ਸਮਾਂ ਤੁਸੀਂ ਇਹ ਲਾ ਲਓ, ਉਦੋਂ ਵੀ ਮਾਰਿਆ ਗਿਆ, ਅੱਜ ਵੀ ਮਾਰਿਆ ਹੀ ਜਾ ਰਿਹਾ, ਚਾਹੇ ਉਹ ਕੋਈ ਲੜਕਾ ਹੈ ਚਾਹੇ ਲੜਕੀ ਆ, ਹਰ ਇੱਕ ਛੋਟੀ ਗੱਲ ਪਿੱਛੇ ਕਤਲ ਕਰ ਦਿੱਤਾ ਜਾਂਦਾ। ਸੋ ਮਾਨਸਿਕਤਾ ਕਿਉਂ ਨਹੀਂ ਬਦਲ ਰਹੀ ਸਾਡੀ, ਤੇ ਇਹ ਬਦਲੂਗੀ ਕਿਵੇਂ? ਦੇਖੋ, ਬਦਲਣ ਦੇ ਲਈ ਮੈਂ ਉਹੀ ਕਹਿਣਾ, ਜੇ ਸੱਚੀ ਆਜ਼ਾਦੀ ਆਈ ਹੁੰਦੀ, ਜੇ ਅੱਜ ਸੱਚੀ ਮੁੱਚੀ ਦੇ ਅਸੀਂ ਆਜ਼ਾਦ ਹੋਏ ਹੁੰਦੇ। ਸੱਚੀ ਮੁੱਚੀ ਦੀ ਆਜ਼ਾਦੀ ਕੀ ਸੀਗੀ? ਸੱਚੀ ਮੁੱਚੀ ਦੀ ਆਜ਼ਾਦੀ ਦੀ ਐਗਜ਼ਾਮਪਲ ਸਾਨੂੰ ਭਗਤ ਸਿੰਘ ਹੋਰਾਂ ਦੀਆਂ ਪੁਸਤਕਾਂ ਪੜ੍ਹ ਕੇ ਸਾਨੂੰ ਮਿਲ ਸਕਦੀ ਹੈ, ਸਾਨੂੰ ਗਦਰੀ ਬਾਬਿਆਂ ਦੀਆਂ ਪੁਸਤਕਾਂ ਪੜ੍ਹ ਕੇ ਮਿਲ ਸਕਦੀ ਹੈ। ਉਹ ਕਹਿੰਦੇ ਸੀਗੇ ਕਿ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਇੱਥੋਂ ਅਸੀਂ ਗੋਰੇ ਅੰਗਰੇਜ਼ਾਂ ਨੂੰ ਇੱਥੋਂ ਭਜਾ ਦਿਓ ਤੇ ਕਾਲੇ ਅੰਗਰੇਜ਼ ਸੱਤਾ ਕਾਇਮ ਕਰ ਲੈਣ। ਉਹ ਕਹਿੰਦੇ ਸੀਗੇ ਕਿ ਸੱਚੀ ਮੁੱਚੀ ਆਜ਼ਾਦੀ ਤਾਂ ਆਏਗੀ ਜੇ ਭਾਰਤ ਦੇ ਲੋਕ, ਪੰਜਾਬ ਦੇ ਲੋਕ ਧਰਮਾਂ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ, ਅਮੀਰੀ ਗਰੀਬੀ ਦੇ ਨਾਂ ਦੇ ਉੱਤੇ ਨਾ ਵੰਡੇ ਜਾਣ। ਉਹਨਾਂ ਨੂੰ ਬਰਾਬਰੀ ਦਾ ਜਿਹੜਾ ਸਮਾਜ ਜਿੰਨੀ ਦੇਰ ਨਹੀਂ, ਚਾਹੇ ਔਰਤ ਔਰ ਮਰਦ ਦੀ ਬਰਾਬਰੀ ਹੈ, ਚਾਹੇ ਉਹ ਗਰੀਬ ਔਰ ਅਮੀਰੀ ਦੀ ਬਰਾਬਰੀ ਹੈ, ਚਾਹੇ ਉਹ ਜਾਤ ਆਧਾਰਿਤ ਬਰਾਬਰੀ ਹੈ ਕਿ ਇਹ ਫਲਾਣੀ ਜਾਤ ਦਾ ਹੈ, ਇਹ ਛੋਟੀ ਜਾਤ ਦਾ ਹੈ, ਇਹ ਉੱਚੀ ਜਾਤ ਦਾ ਹੈ, ਚਾਹੇ ਧਰਮਾਂ ਦੀ ਆਜ਼ਾਦੀ ਹੈ ਕਿ ਇਹ ਫਲਾਣੇ ਧਰਮ ਦਾ ਹੈ, ਇਹ ਫਲਾਣੇ ਧਰਮ ਦਾ ਹੈ, ਇਸ ਕਰਕੇ ਇਹ ਫਲਾਣਾ ਇਹ ਧਰਮ ਜਿਹੜਾ ਹੈਗਾ ਉੱਚਾ ਧਰਮ ਹੈ, ਇਹ ਧਰਮ ਜਿਹੜਾ ਹੈਗਾ ਨੀਚਾ ਧਰਮ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ, ਚਾਹੇ ਰਾਜਗੁਰੂ ਸੁਖਦੇਵ, ਜਾਂ ਇੱਥੋਂ ਤੱਕ ਕਿ ਜਿਹੜੇ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਗਦਰੀ ਬਾਬਿਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਆਜ਼ਾਦੀ ਦਾ ਮਤਲਬ ਇਹ ਹੈ ਕਿ ਬਰਾਬਰੀ ਦੀ ਆਜ਼ਾਦੀ, ਬਰਾਬਰੀ ਦਾ ਸਮਾਜ। ਜਿੰਨੀ ਦੇਰ ਉਹ ਬਰਾਬਰੀ ਦਾ ਸਮਾਜ ਹਰ ਪੱਧਰ ਦੇ ਉੱਤੇ, ਇੱਕ ਪੱਧਰ ਦੇ ਉੱਤੇ ਨਹੀਂ ਹੈ, ਇਕੱਲੇ ਆਰਥਿਕ ਪੱਧਰ ਦੀ ਮੈਂ ਗੱਲ ਨਹੀਂ ਕਰ ਰਿਹਾ, ਸਾਰੀਆਂ ਪੱਧਰਾਂ ਦੇ ਉੱਤੇ ਬਰਾਬਰੀ ਜਿੰਨੀ ਦੇਰ ਨਹੀਂ ਆਉਂਦੀ, ਉਨੀ ਦੇਰ ਜਿਵੇਂ ਤੁਸੀਂ ਕਿਹਾ ਕਿ ਸਾਡੇ ਲੋਕ ਇਸੇ ਤਰ੍ਹਾਂ ਹੀ ਵੰਡੇ ਜਾਂਦੇ ਰਹਿਣਗੇ, ਇਸੇ ਤਰ੍ਹਾਂ ਦੀ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਰਹਿਣਗੇ। ਕਿਉਂਕਿ ਜਿਹੜੀਆਂ ਸਿਆਸੀ ਪੋਲੀਟੀਕਲ ਧਿਰਾਂ ਹੁੰਦੀਆਂ ਨੇ, ਉਹ ਲੋਕਾਂ ਨੂੰ ਲੜਾ ਕੇ ਰਾਜ਼ੀ ਨੇ, ਲੋਕਾਂ ਨੂੰ ਵੰਡ ਕੇ ਰਾਜ਼ੀ ਨੇ। ਆਪਾਂ ਮਨੀਪੁਰ ਦੀ ਐਗਜ਼ਾਮਪਲ ਦੇਖ ਲਓ, ਤੁਸੀਂ ਹਰਿਆਣੇ ਦੀ ਅੱਜ ਵੀ ਦੇਖ ਲਓ, ਕਿਉਂ ਸਾਨੂੰ ਉੱਥੇ ਲੜਾਇਆ ਜਾ ਰਿਹਾ? ਕਿਉਂਕਿ ਉਹ ਆਪਣੇ ਵੀ ਲੜ ਰਹੇ ਹਾਂ ਅਸੀਂ। ਬਿਲਕੁਲ, ਕਿਉਂਕਿ ਪੋਲੀਟੀਕਲ ਰੋਟੀਆਂ ਸੇਕ ਰਹੇ ਨੇ, ਪੋਲੀਟੀਕਲ ਉਹਨਾਂ ਦੀਆਂ ਜਿਹੜੇ ਨੇ ਮਨਸ਼ੇ ਨੇ ਕਿ ਅਸੀਂ ਸੱਤਾ ਹਾਸਲ ਕਰਨੀ ਹੈ। ਜਿਉਂ-ਜਿਉਂ 24 ਦੀਆਂ ਇਲੈਕਸ਼ਨ ਨੇੜੇ ਆ ਰਹੀਆਂ ਨੇ, ਤਿਉਂ-ਤਿਉਂ ਇਹ ਦੰਗੇ ਤੁਹਾਨੂੰ ਨਜ਼ਰ ਆਏਗਾ ਕਿ ਹੋਰ ਸਟੇਟਾਂ ਦੇ ਵਿੱਚ ਵੀ ਵਧਣਗੇ। ਸੋ ਮੇਰਾ ਕਹਿਣ ਦਾ ਮਤਲਬ, ਸੱਚੀ ਆਜ਼ਾਦੀ, ਸੱਚੀ ਮੁੱਚੀ ਦੀ ਆਜ਼ਾਦੀ ਆਈ ਹੁੰਦੀ ਤਾਂ ਇਹ ਲੋਕ ਸਾਨੂੰ ਲੜਾ ਨਹੀਂ ਸੀ ਸਕਣੇ। ਇਹ ਲੋਕ ਸਾਨੂੰ ਧਰਮ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ, ਔਰਤ ਮਰਦ ਦੇ ਨਾਂ ਦੇ ਉੱਤੇ, ਜਾਂ ਹੋਰ ਜਿਹੜੀਆਂ ਵੱਖ-ਵੱਖ ਪੁਆੜੇ ਨੇ ਜਿਹੜੇ ਸਮਾਜ ਦੇ, ਉਹਨਾਂ ਦੇ ਨਾਂ ਦੇ ਉੱਤੇ ਸਾਨੂੰ ਪਾੜ ਨਹੀਂ ਸੀ ਸਕਣਾ। ਸੋ ਇਸ ਕਰਕੇ, ਕਿਉਂਕਿ ਸੱਚੀ ਆਜ਼ਾਦੀ ਨਹੀਂ ਮਿਲੀ, ਉਹ ਭਗਤ ਸਿੰਘ ਦਾ ਸੁਪਨਾ ਅਜੇ ਅਧੂਰਾ ਹੈ। ਔਰ ਇੱਥੋਂ ਤੱਕ ਕਿ ਕਾਂਗਰਸ ਦੇ ਵਿੱਚ ਮਹਾਤਮਾ ਗਾਂਧੀ ਜੀ ਵੀ ਇਸ ਤਰ੍ਹਾਂ ਦੀ ਆਜ਼ਾਦੀ ਦੇ ਪੱਖ ਦੇ ਵਿੱਚ ਨਹੀਂ ਸੀਗੇ। ਉਹ ਵੀ ਨਿਰਾਸ਼ ਹੋ ਕੇ ਕਲਕੱਤੇ ਚਲੇ ਗਏ ਸੀ ਆਜ਼ਾਦੀ ਤੋਂ ਬਾਅਦ। ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਕੀ ਏਦਾਂ ਦੀ ਜਿਹੜੀ ਕੱਟ-ਵੱਢ ਹੋ ਰਹੀ ਹੈ, ਕਿ ਮੈਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਆਜ਼ਾਦੀ ਲਈ ਲੜਿਆ। ਸੋ ਉਹ ਵੀ ਮੈਨੂੰ ਲੱਗਦਾ ਹੈ ਕਿ ਚਾਹੇ ਕਾਂਗਰਸ ਹੈ, ਚਾਹੇ ਬਾਕੀ ਉਸ ਵੇਲੇ ਦੇ ਜਿਹੜੇ ਲੀਡਰ ਸੀਗੇ ਆਜ਼ਾਦੀ ਤੋਂ ਪਹਿਲਾਂ ਦੇ, ਜਿਨ੍ਹਾਂ ਨੇ ਆਪਣਾ ਵਹਾਇਆ ਸੀਗਾ, ਉਹ ਵੀ ਇਸ ਤਰ੍ਹਾਂ ਦੀ ਆਜ਼ਾਦੀ ਦੇ ਜਿਹੜੇ ਸੀਗੇ ਉਹ ਸੁਪਨਿਆਂ ਦੇ ਨਹੀਂ ਸੀ ਚਾਹੁੰਦੇ। ਸੋ ਇਸ ਕਰਕੇ ਸਾਨੂੰ ਅੱਜ ਲੋੜ ਹੈ ਕਿ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ, ਗਦਰੀ ਬਾਬਿਆਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਵਾਲੀ ਆਜ਼ਾਦੀ ਨਹੀਂ ਆਏਗੀ ਸਮਾਜ, ਉਨੀ ਦੇਰ ਸਮਾਜ ਨਹੀਂ ਬਦਲੇਗਾ। ਉਹੀ ਜੋ ਅੰਗਰੇਜ਼ਾਂ ਤੋਂ ਪਹਿਲਾਂ ਦਾ ਜੋ ਮਾਨਸਿਕਤਾ ਬਣੀ ਹੋਈ ਸੀਗੀ, ਲਗਭਗ ਉਹੀ ਮਾਨਸਿਕਤਾ ਤੁਹਾਨੂੰ ਹੁਣ ਵੀ ਅੱਜ ਵੀ ਨਜ਼ਰ ਆਏਗੀ। ਇਹੀ ਕਾਰਨ ਹੈ ਕਿ ਇਦਾਂ ਦੀਆਂ ਘਟਨਾਵਾਂ ਵਾਰ-ਵਾਰ ਜਿਹੜੀਆਂ ਨੇ ਵਾਪਰਦੀਆਂ ਨੇ। ਪ੍ਰਭ ਜੀ ਡਾਕਟਰ ਸਾਹਿਬ, ਜੇ ਗੱਲ ਕਰੀਏ ਜਿਸ ਤਰ੍ਹਾਂ, ਚਲੋ ਆਪਾਂ ਭਗਤ ਸਿੰਘ ਦੀ ਗੱਲ ਕਰ ਰਹੇ ਹਾਂ, ਗਦਰੀ ਬਾਬਾ ਜੀ, ਪਰ ਪਿੱਛੇ ਜਾਈਏ ਥੋੜਾ ਜਿਹਾ, ਕਿਉਂਕਿ ਰਿਲੀਜਨ ਦੇ ਨਾਂ ਤੇ ਜੇ ਲੋਕ ਲੜ ਰਹੇ ਨੇ, ਜਿਹੜੇ ਮਹਾਂਪੁਰਖਾਂ ਨੂੰ ਤੁਸੀਂ ਮੰਨਦੇ ਹੋ, ਮਹਾਂਪੁਰਖਾਂ ਤੋਂ ਮੇਰਾ ਮਤਲਬ ਹੈ ਕਿਸੇ ਵੀ ਧਰਮ ਦੇ, ਚਾਹੇ ਗੁਰੂ ਨਾਨਕ ਦੇਵ ਜੀ ਹੋ ਗਏ, ਚਾਹੇ ਕ੍ਰਿਸ਼ਨ ਜੀ ਹੋ ਗਏ, ਕਿਸੇ ਵੀ ਧਰਮ ਦੇ ਵਿੱਚ ਮੰਨ ਲਓ, ਉਹਨਾਂ ਨੇ ਤਾਂ ਸਾਨੂੰ ਇਹ ਰਿਲੀਜਨ ਨਹੀਂ ਸੀ ਦੱਸਿਆ ਵੀ ਰਿਲੀਜਨ ਦੇ ਵਿੱਚ ਲੜਾਈਆਂ ਵੀ ਨੇ। ਉਹ ਤਾਂ ਰਿਲੀਜਨ ਨੂੰ ਕਹਿ ਰਹੇ ਸੀ ਕਿ ਉਹ ਤੁਹਾਡਾ ਆਪਣਾ ਥਾਟ ਪ੍ਰੋਸੈਸ ਹੈ, ਤੁਸੀਂ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਣਾ ਹੈ। ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਰਿਲੀਜਨ ਦੇ ਨਾਂ ਤੇ ਲੜ ਪਓ। ਪਰ ਇੱਥੇ ਤਾਂ ਰਿਲੀਜਨ ਦੇ ਨਾਂ ਤੇ ਮੁਸਲਿਮ, ਹਿੰਦੂ, ਸਿੱਖ, ਈਸਾਈ ਇਸ ਤਰ੍ਹਾਂ ਹੋ ਰਿਹਾ,
ਫਿਰ ਅਸੀਂ ਕੀ ਸੋਚ ਕਿਹੜੇ ਹਿਸਾਬ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਹਾਂ ਅਸੀਂ ਗੁਰੂਆਂ ਪੀਰਾਂ ਦੇ ਹਿਸਾਬ ਨਾਲ ਚੱਲ ਰਹੇ ਹਾਂ? ਬਿਲਕੁਲ, ਦੇਖੋ ਗੁਰੂ ਪੀਰਾਂ ਨੇ ਤਾਂ ਸਾਡੇ ਖਾਸ ਤੌਰ ਤੇ ਜਿਹੜੀ ਗੁਰੂ ਸਾਹਿਬ ਨੇ, ਉਹਨਾਂ ਨੇ ਤਾਂ ਕਦੇ ਵੀ ਧਰਮਾਂ ਦੇ ਨਾਂ ਦੇ ਉੱਤੇ ਸਗੋਂ ਲੋਕਾਂ ਨੂੰ ਇਕੱਠੇ ਕੀਤਾ ਹੈ। ਸਾਡਾ ਪਹਿਲਾ ਹੀ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ, ਇੱਕ ਓੰਕਾਰ ਦਾ ਸੰਦੇਸ਼ ਹੈ। ਸਾਡੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ। ਇੱਕ ਓੰਕਾਰ ਦਾ ਮਤਲਬ ਕੀ ਹੈ? ਮਤਲਬ ਇਹੀ ਹੈ ਕਿ ਇੱਕੋ ਹੀ ਹੈ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਉਹ ਪੂਰੀ ਅੰਸ਼ ਹੈ, ਇੱਕ ਪਰਮਾਤਮਾ ਦੀ ਅੰਸ਼ ਹੈ। ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦੇ ਜਾਏ ਆ, ਉਹਨਾਂ ਦੇ ਬੱਚੇ ਆ। ਸੋ ਇਸ ਕਰਕੇ ਸਿੱਖੀ ਦੇ ਵਿੱਚ ਤਾਂ ਕਦੇ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਚੀਜ਼ਾਂ ਨਹੀਂ ਲਿਖੀਆਂ ਗਈਆਂ। ਔਰ ਜਿਵੇਂ ਨਿਹੰਗ ਸਿੰਘ ਦਾ ਬਾਣਾ ਪਾ ਕੇ ਸਗੋਂ ਸਾਡੇ ਧਰਮ ਦੇ ਵਿੱਚ ਤਾਂ ਔਰਤ ਨੂੰ ਬਰਾਬਰੀ ਦਾ ਜਿਹੜਾ ਹੈਗਾ ਦਰਜਾ ਦਿੱਤਾ ਗਿਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਔਰਤ ਦੇ ਪੱਖ ਦੇ ਵਿੱਚ ਕਿੰਨੇ ਸ਼ਲੋਕ ਤੁਹਾਨੂੰ ਮਿਲ ਜਾਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਚਾਹੇ ਕੋਈ ਵੀ ਧਰਮ ਹੈ, ਕਿਸੇ ਵੀ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਤੁਸੀਂ ਲੋਕ ਆਪਸ ਦੇ ਵਿੱਚ ਲੜੋ ਔਰ ਆਪਸ ਦੇ ਵਿੱਚ ਜਿਹੜੀਆਂ ਨੇ ਜੰਗਾਂ ਕਰੋ, ਲੜਾਈਆਂ ਕਰੋ ਔਰ ਕੱਟਵੱਡ ਹੋ ਜਾਏ। ਕੋਈ ਵੀ ਧਰਮ ਇਸ ਇਜਾਜ਼ਤ ਨਹੀਂ ਦਿੰਦਾ। ਸਿਰਫ ਜਿਹੜੇ ਪੋਲੀਟੀਕਲ ਲੋਕ ਨੇ, ਧਰਮਾਂ ਦੇ ਠੇਕੇਦਾਰ ਨੇ, ਉਹ ਸਾਰੀਆਂ ਚੀਜ਼ਾਂ ਕਰਵਾ ਰਹੇ ਨੇ। ਸੋ ਉਹ ਪਹਿਲਾਂ ਵੀ ਕਰਵਾਉਂਦੇ ਰਹੇ ਨੇ, ਜਿਵੇਂ ਮੈਂ ਆਜ਼ਾਦੀ ਦੀ ਗੱਲ ਕੀਤੀ ਹੈ, ਉਹ ਅੱਜ ਵੀ ਜਿਹੜੇ ਨੇ ਕਰਵਾ ਰਹੇ ਨੇ। ਸੋ ਇਸ ਕਰਕੇ ਉਹ ਸਾਡੀ ਮਾਨਸਿਕਤਾ ਨੂੰ ਕੰਟਰੋਲ ਕਰ ਰਹੇ ਨੇ। ਉਹ ਸਾਡੀ ਜਿਹੜੀ ਮਾਨਸਿਕਤਾ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਦੀਆਂ ਤੋਂ ਪਈਆਂ ਨੇ, ਜਿਹੜਾ ਮਰਦ ਪ੍ਰਧਾਨ ਸੁਸਾਇਟੀ ਜਿਹਨੂੰ ਆਪਾਂ ਕਹਿੰਦੇ ਆ ਕਿ ਮਰਦ ਦਾ ਦਾਬਾ ਰਵੇ ਸੁਸਾਇਟੀ ਦੇ ਉੱਤੇ, ਸਮਾਜ ਦੇ ਉੱਤੇ, ਔਰਤ ਨੂੰ ਗੁਲਾਮ ਬਣਾ ਕੇ ਰੱਖਣਾ, ਇਸ ਤਰ੍ਹਾਂ ਦੀ ਸੋਚ ਜਿਹੜੀ ਹੈਗੀ ਹੈ ਉਹ ਕਿਸੇ ਵੀ ਧਰਮ ਦੀ ਨਹੀਂ ਹੋ ਸਕਦੀ। ਇਹ ਸਿਰਫ ਕੁਝ ਲੋਕਾਂ ਦੀ ਹੈ ਜਿਹੜੇ ਧਰਮ ਦੇ ਠੇਕੇਦਾਰ ਖਵਾਉਂਦੇ ਆ ਔਰ ਧਰਮ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤਣਾ ਚਾਹੁੰਦੇ ਆ। ਉਹ ਉਹਨਾਂ ਦੀ ਹੋ ਸਕਦੀ ਹੈ। ਔਰ ਇਹ ਸੋਚ ਗੁਰੂ ਨਾਨਕ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ। ਇਹ ਸੋਚ ਕੁਝ ਲੋਕਾਂ ਦੀ, ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੋਲੀਟੀਕਲ ਜਿਨ੍ਹਾਂ ਦੇ ਮਨਸ਼ੇ ਨੇ, ਉਹਨਾਂ ਦੀ ਹੀ ਹੋ ਸਕਦੀ ਹੈ। ਇਹ ਜਿਹੜੇ ਲੋਕ ਏਦਾਂ ਦੇ ਕੰਮ ਕਰ ਰਹੇ ਨੇ, ਇਹ ਕਿਤੇ ਨਾ ਕਿਤੇ ਉਹਨਾਂ ਦਾ ਫਾਇਦਾ ਕਰਦੇ ਨਜ਼ਰ ਆ ਰਹੇ ਨੇ। ਪ੍ਰਭ ਜੀ ਸੋ ਦਰਸ਼ਕੋ, ਇਹਨਾਂ ਘਟਨਾਵਾਂ ਨੂੰ ਤੁਹਾਡੇ ਨਾਲ ਡਿਸਕਸ ਕਰਨ ਦਾ ਸਾਡਾ ਜਿਹੜਾ ਪਰਪਸ ਹੈ, ਮਤਲਬ ਹੈ, ਉਹ ਇਹ ਸੀ ਕਿ ਅਸੀਂ ਆਜ਼ਾਦੀ ਤੋਂ ਬਾਅਦ ਖੜੇ ਕਿੱਥੇ ਆ, ਅਸੀਂ ਕਿੰਨਾ ਡਿਵੈਲਪ ਹੋਏ ਆ, ਕਿੰਨਾ ਨਹੀਂ ਹੋਏ, ਕਿਹੋ ਜਿਹੀਆਂ ਘਟਨਾਵਾਂ ਲਈ ਅਸੀਂ ਇੱਕ ਦੂਜੇ ਨੂੰ ਮਾਰ ਦਿੰਦੇ ਆ, ਕਿਹੋ ਜਿਹੀਆਂ ਘਟਨਾਵਾਂ ਲਈ ਅਸੀਂ ਇੱਕ ਦੂਜੇ ਨੂੰ ਸਾੜ ਦਿੰਦੇ ਆ, ਫੂਕ ਦਿੰਦੇ ਆ, ਇੱਕ ਦੂਜੇ ਦਾ ਸਿਰ ਪਾੜਨ ਤੱਕ ਜਾਂਦੇ ਆ। ਸੋ ਹਰ ਇੱਕ ਦਾ ਆਪਣਾ ਥਾਟ ਪ੍ਰੋਸੈਸ ਹੈ, ਅਸੀਂ ਇਸ ਗੱਲ ਨਾਲ ਸਹਿਮਤ ਆ। ਪਰ ਕਿਸੇ ਦਾ ਕਤਲ ਕਰ ਦੇਣਾ ਤੁਹਾਨੂੰ ਕਿਹੜੀ ਚੀਜ਼ ਦੇ ਵਿੱਚ ਲਿਖਿਆ ਵੀ ਇਨਸਾਨ ਦਾ ਕਤਲ ਕਰ ਸਕਦਾ ਹੈ? ਸੋ ਇੱਕ ਸੁਪਰੀਮ ਕੋਰਟ, ਹਾਈ ਕੋਰਟ ਕਾਨੂੰਨੀ ਤੌਰ ਤੇ ਕਿਸੇ ਨੂੰ ਸਜ਼ਾ ਜਿਹੜੀ ਉਹ ਵੱਖਰੀ ਗੱਲ ਹੈ, ਪਰ ਕਿਸੇ ਵੀ ਇਨਸਾਨ ਕੋਲ ਇੰਨਾ ਹੱਕ ਨਹੀਂ ਹੈ ਕਿ ਉਹ ਦੂਸਰੇ ਇਨਸਾਨ ਦਾ ਜਿਹੜਾ ਕਤਲ ਕਰ ਦੇਵੇ। ਸੋ ਡਾਕਟਰ ਸਾਹਿਬ, ਇਸ ਡਿਸਕਸ਼ਨ ਦਾ ਹਿੱਸਾ ਬਣਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ। ਬਹੁਤ-ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਤੁਸੀਂ ਦੇਖਦੇ ਰਹੋ ਫਿਰਦੌਸ ਪੰਜਾਬੀ। ਇਸ ਪ੍ਰੋਗਰਾਮ ਦੀ ਜਿਹੜੀ ਫੀਡਬੈਕ ਰਾਏ ਹੈ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਹੈ ਜਿਹੜੀ ਕਰ ਸਕਦੇ ਹੋ। ਸਾਨੂੰ ਦਿਓ ਇਜਾਜ਼ਤ, ਧੰਨਵਾਦ।